ਝਾਲ ਝਲੁੰਬੜੇ ਨਾਮੜਾ ਲਈਐ ਕਿਸ ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ ਵਾਹਿਗੁਰੂ ਜੀ ਵਾਹਿਗੁਰੂ ਜੀ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹਉਮੈ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਿਤ ਸੱਚਾ ਸੁਖ ਪਾਏ ਸੁਖ ਦਾਤਾ ਦੁਖ ਮੇਟਣ ਹਾਰਾ ਅਵਰ ਨ ਸੂਝਸ ਬੀਜੀ ਕਾਰਾ ਤਨ ਮਨ ਧਨ ਹਰ ਆਗੈ ਰਾਖਿਆ ਨਾਨਕ ਕਹੈ ਮਹਾ ਰਸ ਚਾਖਿਆ ਤਨ ਮਨ ਧਨ ਹਰ ਆਗੈ ਰਾਖਿਆ ਨਾਨਕ ਕਹੈ ਮਹਾ ਰਸ ਚਾਖਿਆ ਵਾਲੀਏ ਕੁਲ ਆਲਮ ਸਰਵਰੇ ਕੈਨਾਤ ਨੂਰ ਏ ਨਦਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗਰੀਬ ਨਵਾਜ ਸਤਿਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰ ਜੀਆਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਆਪਣੀ ਪਾਵਨ ਹਜ਼ੂਰੀ ਅੰਦਰ ਸੱਜ ਬੈਠਣ ਦਾ ਸੁਭਾਗ ਬਖਸ਼ਿਆ। ਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦੌਰਾਨ ਪ੍ਰਭਾਤੀ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ 1342-43 ਅੰਕ ਸੁਭਾਇਮਾਨ ਹੈ। ਜਿਸ ਪਾਵਨ ਸ਼ਬਦ ਦੇ 6 ਬੰਦ ਵਿਚਾਰੇ ਨੇ, ਅਗਲੇਰੇ 2 ਬੰਦ ਜਿਨ੍ਹਾਂ ਦਾ ਪਾਠ ਆਪਾਂ ਮੰਗਲ ਰੂਪ ਵਿੱਚ ਪੜ੍ਹਿਆ ਸੁਣਿਆ ਹੈ। ਆਓ ਇਹਨਾਂ ਪਾਵਨ ਬਚਨਾਂ ਨਾਲ ਜੁੜੀਏ। ਹਜ਼ੂਰ ਵੱਲੋਂ ਬਖਸ਼ਿਸ਼ ਫਤਿਹ ਬੁਲਾਓ। ਸਤਿਗੁਰਾਂ ਨੂੰ ਬਾਦ ਵਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਨੇ ਰਹਾਉ ਦੇ ਬੰਦ ਵਿੱਚ ਇਹ ਬਖਸ਼ਿਸ਼ ਕੀਤੀ ਹੈ। ਐਸਾ ਜਾਪ ਜਪੋ ਜਪ ਮਾਲੀ, ਦੁੱਖ ਸੁਖ ਪਰ ਹਰ ਭਗਤ ਨਿਰਾਲੀ। ਰਹਾਉ, ਐਸਾ ਜਾਪ ਪਰਮੇਸ਼ਰ ਦਾ ਜਪੀਏ ਜਿਸ ਨਾਲ ਉਹਦੀ ਭਗਤੀ ਨਾਲ, ਉਹਦੀ ਸਿਫਤ ਸਲਾਹ ਨਾਲ ਜੁੜਿਆ ਜਾਏ। ਮਹਾਰਾਜ ਅੱਜ ਕਿਰਪਾ ਕਰਦੇ ਸੇਵਾ ਸੁਰਤ ਸ਼ਬਦ ਵਿਚਾਰ ਜਿਹੜੇ ਗੁਰਸਿੱਖ ਵਡਭਾਗੇ ਨੇ ਸਤਿਗੁਰ ਦੀ ਬਾਣੀ ਦਾ ਸਹਿਜ ਪਾਠ ਕਰਦੇ ਨੇ, ਉਹ ਗੁਰੂ ਕੀ ਬਾਣੀ ਕੇ ਸ਼ਬਦਾਂ ਦੇ ਭੇਦ ਨੂੰ ਸਮਝਦੇ ਨੇ। ਮਹਾਰਾਜ ਸੁਰਤ ਸ਼ਬਦ ਵਰਤਦੇ ਤਾਂ ਤੱਤੇ ਨੂੰ ਸਿਹਾਰੀ ਹੈ। ਜਿਹੜੀ ਸੁਰਤ ਵਿੱਚ ਸੇਵਾ ਆਵੇ, ਤੇ ਉਹ ਕਿਹੜੀ ਸੇਵਾ ਜਿਹੜੀ ਸੁਰਤ ਵਿੱਚ ਆਉਂਦੀ ਹੈ? ਉਹ ਹੈ ਜੇ ਕੋਈ ਗੁਰੂ ਕੇ ਉਪਦੇਸ਼ ਦਾ ਕਿਣਕਾ ਮਾਤਰ ਵੀ ਸਾਡੇ ਜੀਵਨ 'ਚ ਵਸ ਜਾਏ, ਜਿਸ ਨੂੰ ਅਸੀਂ ਪੜ੍ਹਦੇ ਹਾਂ, ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਕਿਉਂਕਿ ਮਹਾਰਾਜ ਆਖਦੇ ਸ਼ਬਦ ਗੁਰੂ ਕੀ ਬਾਣੀ ਪੜ੍ਹਨੀ ਤੇ ਸੁਣਨੀ ਨੇਮ ਬਣ ਜਾਂਦਾ ਸਾਡਾ, ਪਰ ਫਿਰ ਇਹਦੇ ਤੋਂ ਬਾਅਦ ਦੀ ਜਿਹੜੀ ਖੇਡ ਹੈ ਉਹ ਹੈ ਕੋਈ ਗੁਰੂ ਕਾ ਸ਼ਬਦ ਕਿਣਕਾ ਮਾਤਰ ਵੀ ਸਾਡੇ ਜੀਵਨ 'ਚ ਵਸ ਜਾਏ। ਤੇ ਗੁਰੂ ਕੇ ਸਿੱਖ ਅਰਦਾਸ ਰੂਪ ਵਿੱਚ ਆਖਦੇ ਸਾਹਿਬ ਕਿਰਪਾ ਕਰ, ਕੋਈ ਐਸੀ ਸ਼ਬਦ ਦੀ ਕਣੀ ਸਾਡੇ ਜੀਵਨ ਵਿੱਚ ਵਸ ਜਾਏ। ਮਹਾਰਾਜ ਆਖਦੇ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਦੁਆਰਾ ਸੁਰਤ ਅੰਦਰ ਸੇਵਾ ਪੈਦਾ ਹੋਣੀ। ਕਿਉਂਕਿ ਸਾਰੀ ਜਿਹੜੀ ਖੇਡ ਹੈ ਉਹ ਸੁਰਤ ਦੀ ਹੈ। ਤੇ ਜਦੋਂ ਅਸੀਂ ਬਾਣੀ ਕੀ ਵਿਚਾਰ ਦੇ ਨਾਲ ਜੁੜਦੇ ਹਾਂ, ਵੇਖੋ ਸਤਿਗੁਰ ਦੀ ਬਾਣੀ ਨੇ ਇਹ ਵੀ ਨਿਤਾਰਾ ਕੀਤਾ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਜੇ ਕੋਈ ਗੁਰੂ ਕੇ ਸਨਮੁਖ ਹੋ ਕੇ ਬਾਣੀ ਦੀ ਵਿਚਾਰ ਕਰੇ, ਹੁਣ ਇੱਕ ਤੇ ਵਿਚਾਰਵਾਨ ਆਪਣੇ ਆਪਣੇ ਹਿਸਾਬ ਨਾਲ ਅਰਥ ਕਰਨਗੇ, ਭਾਵ ਅਰਥ ਦੱਸਣਗੇ, ਹੋਰ ਇੱਧਰੋਂ ਉੱਧਰੋਂ ਕੁਝ ਗੱਲਾਂ ਲਾ ਕੇ ਸਮਝਾਉਣਗੇ ਕਿ ਮਹਾਰਾਜ ਆ ਆਖਦੇ ਨੇ। ਇੱਕ ਗੁਰਮੁਖਤਾਈ ਉਸ ਵਿਚਾਰ ਨਾਲ ਜੁੜਦੀ ਹੈ ਜਿਹੜੀ ਉਹਨੂੰ ਆਪ ਸਮਝ ਪੈਂਦੀ ਹੈ ਜਦੋਂ ਉਹ ਨੇੜੇ ਹੋਵੇ। ਜਦੋਂ ਉਹ ਆਪ ਆਪਣੀ ਸੁਰਤ ਕਰਕੇ ਯਤਨ ਕਰੇ ਕਿ ਗੁਰੂ ਕੇ ਬਚਨਾਂ ਤੋਂ ਮੈਨੂੰ ਕੀ ਸਮਝ ਆਇਆ ਹੈ, ਮੈਂ ਕਿੰਨਾ ਕੁ ਸਮਝ ਸਕਿਆ। ਇਹ ਅੱਗੇ ਅੱਗੇ ਚੱਲਣ ਵਾਲੀ ਖੇਡ ਹੈ ਨਾ। ਕਈ ਵਾਰ ਕਿੰਨੇ ਕਿੰਨੇ ਸਾਲ ਗੁਜ਼ਰ ਜਾਂਦੇ ਨੇ ਤੇ ਅਸੀਂ ਵੇਖਦੇ ਬੰਦਾ ਸੁਰਤ ਕਰਕੇ ਉੱਥੇ ਖਲੋਤਾ ਹੁੰਦਾ। ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ, ਉਹ ਕਹਿਣ ਲੱਗੇ ਤੁਸੀਂ ਵੇਖੋ ਜਦੋਂ ਕੋਹਲੂ ਤੇ ਬੈਲ ਗਿੜਦੇ ਨੇ, ਉਹਨਾਂ ਦੀਆਂ ਅੱਖਾਂ ਤੇ ਖੋਪੇ ਲਾਏ ਜਾਂਦੇ, ਉਹ ਬੜਾ ਪੈਂਡਾ ਤੈਅ ਕਰਦੇ ਨੇ, ਪਤਾ ਨਹੀਂ ਕਿੰਨੇ ਕਿੰਨੇ ਚੱਕਰ ਇੱਕ ਦਿਨ ਵਿੱਚ ਲਾ ਲੈਂਦੇ। ਪਰ ਜਦੋਂ ਸ਼ਾਮ ਦੇ ਵਕਤ ਉਹਨਾਂ ਦੀਆਂ ਅੱਖਾਂ ਤੋਂ ਖੋਪੇ ਲਾਏ ਜਾਣ, ਉਹ ਗਏ ਕਿਤੇ ਨਹੀਂ ਹੁੰਦੇ। ਉਹਨਾਂ ਨੇ ਪੈਂਡਾ ਬੜਾ ਤੈਅ ਕੀਤਾ, ਪਰ ਹੈ ਉੱਥੇ ਹੀ। ਇਸੇ ਤਰ੍ਹਾਂ ਜਦੋਂ ਅਸੀਂ ਇਸ ਬੋਧ ਵਿੱਚ ਆਉਂਦੇ ਹਾਂ, ਇਸ ਗਿਆਨ ਵਿੱਚ ਆਉਂਦੇ ਹਾਂ, ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਿੱਖ ਕਮਾਉਣ ਵਾਲੇ ਵੀ ਕਹਿੰਦੇ ਕਿ ਵੇਖੋ ਜੀ ਬੜਾ ਲੰਮਾ ਸਮਾਂ ਹੋ ਗਿਆ ਸਾਨੂੰ ਆਉਂਦਿਆਂ ਨੂੰ,
ਕਈ ਤਾਂ ਇਸ ਗੱਲ ਦਾ ਰੋਪ ਵੀ ਮਾਰਦੇ ਨੇ। ਤੁਹਾਨੂੰ ਜ਼ਿਆਦਾ ਪਤਾ, ਸਾਨੂੰ ਤਾਂ ਵੇਖੋ ਕਿੰਨਾ ਲੰਮਾ ਸਮਾਂ ਹੋ ਗਿਆ, ਕਿੰਨੇ ਸਾਲ ਗੁਜ਼ਰ ਗਏ ਨੇ ਆਉਂਦਿਆਂ ਨੂੰ। ਪਰ ਸਾਹਿਬ ਕਹਿੰਦੇ ਕਈ ਵਾਰ ਸੁਰਤ ਕਰਕੇ ਬੰਦਾ ਉੱਥੇ ਖਲੋਤਾ ਹੁੰਦਾ। ਉਹਨੇ ਸਫ਼ਰ ਬੜਾ ਤੈਅ ਕੀਤਾ ਪਰ ਉਹ ਗਿਆ ਕਿਤੇ ਨਹੀਂ, ਕਿਉਂਕਿ ਜਦੋਂ ਸੁਰਤ ਤੁਰਦੀ ਹੈ ਸੁਭਾਵਿਕ ਹੈ ਉਹ ਸਹਿਜ ਦੇ ਸਿਖਰ ਤੱਕ ਪਹੁੰਚਦੀ ਹੈ। ਬੜੀਆਂ ਰਸਤੇ ਵਿੱਚ ਰੁਕਾਵਟਾਂ ਨੇ, ਅਧਿਆਤਮਿਕ ਰਾਹ 'ਤੇ ਤੁਰਨ ਵਾਸਤੇ, ਇਸ ਆਨੰਦ ਤੱਕ ਪਹੁੰਚਣ ਵਾਸਤੇ ਬੜੀਆਂ ਰੁਕਾਵਟਾਂ ਨੇ। ਇਸ ਕਰਕੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਲਿਖਿਆ, ਤੇਰੀ ਖਾਤਰ ਸੁਣ ਗੁਲਾਬ ਵੇ ਕੰਡੇ ਕਈ ਸਹੇੜੇ। ਗੁਲਾਬ ਤੇਰੇ ਤੱਕ ਪਹੁੰਚਣਾ ਪਰ ਕੰਡੇ ਪਹੁੰਚਣ ਨਹੀਂ ਦਿੰਦੇ। ਪਰ ਤੂੰ ਸੋਹਣਾ ਬੜਾ ਲੱਗਦਾ, ਬੜਾ ਖਿੜਿਆ ਹੋਇਆ ਹੈ, ਪਰ ਆਸ-ਪਾਸ ਕੰਡੇ ਬਹੁਤ ਨੇ ਜਿਹੜੇ ਤੇਰੇ ਤੱਕ ਪਹੁੰਚਣ ਨਹੀਂ ਦਿੰਦੇ। ਤੇ ਇਹ ਪੜਚੋਲ ਕਰਕੇ ਵੇਖੀਏ ਕਿ ਜਦੋਂ ਸੁਰਤ ਇਸ ਗੁਲਾਬ ਤੱਕ, ਇਸ ਸੁਗੰਧੀ ਤੱਕ, ਇਸ ਸ਼ਬਦ ਦੀ ਵਿਚਾਰ ਤੱਕ ਪਹੁੰਚਦੀ ਹੈ, ਬੜੀਆਂ ਰੁਕਾਵਟਾਂ ਨੇ। ਕਿਉਂਕਿ ਅਸੀਂ ਬੜੇ ਨੀਵੇਂ ਤਲ 'ਤੇ ਜਿਉਂਦੇ ਹਾਂ। ਮਹਾਰਾਜ ਦੀ ਬਾਣੀ ਸਾਨੂੰ ਬੜੇ ਉੱਚੇ ਸੁਰਤ ਦੇ ਤਲ 'ਤੇ ਲੈ ਕੇ ਜਾਂਦੀ ਹੈ। ਹੁਣ ਸੰਸਾਰੀ ਬਿਰਤੀ ਜਿਹੜੀ ਭਾਰੂ ਰਹਿੰਦੀ ਹੈ, ਤਾਂ ਕਰਕੇ ਉੱਥੋਂ ਤੱਕ ਪਹੁੰਚਿਆ ਨਹੀਂ ਜਾਂਦਾ। ਉਹਨਾਂ ਨੇ ਆਖਿਆ ਤੇਰੀ ਖਾਤਰ ਬੜੇ ਕੰਡੇ ਸਹੇੜੇ ਨੇ, ਕਈ ਚੁੱਭਦੇ, ਕਈ ਡੂੰਘੇ ਵਿੰਨ੍ਹਦੇ, ਪਾਉਂਦੇ ਕਈ ਦਫੇੜੇ। ਕੁਝ ਕੰਡੇ ਚੁੱਭਦੇ ਨੇ, ਕੁਝ ਡੂੰਘੇ ਇਹਨਾਂ ਮਾਸ ਦੇ ਪੋਟਿਆਂ ਨੂੰ ਵਿੰਨ੍ਹ ਕੇ ਗਾਂਹ ਚਲੇ ਜਾਂਦੇ ਨੇ। ਕੁਝ ਐਸੇ ਨੇ ਜਿਨ੍ਹਾਂ ਕਰਕੇ ਦਫੇੜਾ ਪੈਦਾ ਹੁੰਦਾ। ਸਹਿੰਦਿਆਂ ਝੱਲਦਿਆਂ ਆ ਦਿਨ ਆਏ, ਲਟਕ ਨਾ ਤੇਰੀ ਛੁੱਟਦੀ। ਜਿਸ ਸੁਰਤ ਨੂੰ ਰਸ ਪੈਂਦਾ ਉਹਨੂੰ ਭਾਵੇਂ ਜੋ ਮਰਜ਼ੀ ਸਹਿਣ ਕਰਨਾ ਪਵੇ, ਉਹਨੂੰ ਜੋ ਮਰਜ਼ੀ ਝੱਲਣਾ ਪਵੇ, ਉਹ ਫਿਰ ਇਸ ਰਸ ਨੂੰ ਛੱਡਦਾ ਨਹੀਂ। ਜਿਹੜੀ ਬਿਰਤੀ, ਜਿਹੜੀ ਸੁਰਤ ਸ਼ਬਦ ਦੀ ਵਿਚਾਰ ਨਾਲ ਰੱਜਦੀ ਹੈ ਨਾ, ਜਿਹੜੀ ਗੁਰੂ ਕੀ ਬਾਣੀ ਨਾਲ ਰੱਜਦੀ ਹੈ, ਉਹਨੇ ਤ੍ਰਿਪਤ ਹੀ ਗੁਰੂ ਕੀ ਬਾਣੀ ਨਾਲ ਹੋਣਾ। ਸ਼ਰਤ ਇਹ ਹੈ ਕਿ ਉਹਨੂੰ ਰਸ ਆਵੇ। ਜਿਵੇਂ ਹੋਰ ਦੁਨਿਆਵੀ ਚੀਜ਼ਾਂ 'ਚੋਂ ਰਸ ਆਉਂਦਾ ਬੰਦੇ ਨੂੰ, ਕਿੰਨਾ ਕਿੰਨਾ ਸਮਾਂ ਬੰਦਾ ਕਈ ਵਾਰ ਦੂਜਿਆਂ ਦੀਆਂ ਚੁਗਲੀਆਂ 'ਚ ਕੱਢ ਦਿੰਦਾ, ਨਿੰਦਿਆ 'ਚ ਕੱਢ ਦਿੰਦਾ, ਔਗਣ ਚਿਤਾਰਨ 'ਤੇ ਲੱਗਾ ਹੋਵੇ, ਅਤੇ ਕਿੰਨੀਆਂ ਕਿੰਨੀਆਂ ਘੜੀਆਂ ਉੱਦਾਂ ਹੀ ਨਿਕਲ ਜਾਂਦੀਆਂ, ਉਹਨੂੰ ਪਤਾ ਹੀ ਨਹੀਂ ਲੱਗਦਾ। ਕਿਉਂਕਿ ਉੱਥੋਂ ਉਹਨੂੰ ਮਿਲਦਾ ਕੁਝ ਨਹੀਂ, ਪਰ ਰਸ ਆਉਂਦਾ ਹੈ। ਇਸੇ ਤਰ੍ਹਾਂ ਜਿਹਨੂੰ ਰਸ ਆਉਂਦਾ, ਸਹਿੰਦਿਆਂ ਝੱਲਦਿਆਂ ਆਹ ਦਿਨ ਆਏ, ਲਟਕ ਨਾ ਤੈਂਡੀ ਛੁੱਟਦੀ। ਡਾਢੇ ਮਹਿੰਗੇ ਸੱਜਣਾ ਤੇਰੇ ਰੂਪ ਰੰਗ ਤੇ ਖੇੜੇ। ਮੈਨੂੰ ਤੇਰੀ ਖਿੱਚ ਹੈ, ਮੈਨੂੰ ਤੇਰੀ ਲਟਕ ਛੁੱਟਦੀ ਨਹੀਂ। ਤੇ ਇਹ ਸੱਚੀ ਗੱਲ ਹੈ ਕਿ ਬਹੁਤ ਮਹਿੰਗਾ ਹੈ ਸੌਦਾ। ਹਜ਼ੂਰ ਦੀ ਬਾਣੀ ਨੇ ਕਿਰਪਾ ਕੀਤੀ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਕਿਤੇ ਐਸੀ ਗੱਲ ਮਹਾਰਾਜ ਨੇ ਲਿਖੀ ਕਿ ਬੰਦਾ ਆਖੇ ਜੀ ਮੈਨੂੰ 4 ਅੱਖਰ ਵੱਧ ਆਉਂਦੇ ਨੇ ਅਤੇ ਮੈਂ ਦੂਜੇ ਨੂੰ ਆਖਾਂ ਜੀ ਤੁਹਾਨੂੰ ਤਾਂ ਆਉਂਦਾ ਹੀ ਕੁਝ ਨਹੀਂ। ਸਾਹਿਬ ਤੇ ਕਹਿੰਦੇ ਜਿਹੜਾ ਬਾਣੀ ਕੀ ਵਿਚਾਰ ਵਿੱਚ ਪਿਆ, ਜਿਹਨੂੰ ਗੁਰੂ ਕੇ ਸ਼ਬਦ 'ਚੋਂ ਰਸ ਆਇਆ, ਉਹ ਆਪਣੇ ਨਿਜ ਘਰ ਵਿੱਚ ਟਿਕ ਗਿਆ। ਉਹ ਆਖਦੇ ਤੇ ਆਨੰਦ ਹੀ ਬਹੁਤ ਹੈ। ਤੇ ਜੇ ਕੋਈ ਜਗਿਆਸੂ ਉਹਦੇ ਕੋਲ ਆ ਕੇ ਪੁੱਛੇਗਾ
ਕਿਉਂਕਿ ਬਹੁਤੀ ਵਾਰ ਤੇ ਬੰਦਾ ਦੂਜੇ ਨੂੰ ਨੀਵਾਂ ਵਿਖਾਉਣ ਵਾਸਤੇ ਪੁੱਛਦਾ ਨਾ ਕਿ ਮੈਨੂੰ ਵੇਖੋ ਆਉਂਦਾ, ਇਹਨੂੰ ਤੇ ਆਉਂਦਾ ਕੁਛ ਨਹੀਂ। ਜੇ ਕੋ ਉੱਥੇ ਆ ਕੇ ਪੁੱਛੇਗਾ ਤਾਂ ਇਹ ਗੱਲ ਆਪਣੇ ਪੱਲੇ ਨਾ ਬੰਨੀ ਹੋਈ ਹੈ ਕਿ ਜੇ ਗਾਹਕ ਬਣ ਕੇ ਆਏਗਾ ਫਿਰ ਤੇਰੀ ਝੋਲੀ ਗੁਰੂ ਨਾਨਕ ਦੇ ਘਰ ਚੋਂ ਭਰੇਗੀ। ਕਿਉਂਕਿ ਮਹਾਰਾਜ ਆਖਦੇ ਜੇ ਤੂੰ ਗਾਹਕ ਬਣ ਕੇ ਨਹੀਂ ਨਾ ਆਇਆ ਫਿਰ ਤੇਰੇ ਅੱਗੇ ਗੁਰੂ ਨੇ ਰਤਨਾਂ ਦੀ ਇਹ ਗੰਢ ਖੋਲ੍ਹਣੀ ਨਹੀਂ। ਤੇ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਵੀ ਇਹ ਸਮਝਾਇਆ ਹੈ, ਜੇ ਤੇਰੇ ਕੋਲ ਕੋਈ ਕੀਮਤੀ ਰਤਨ ਹੈ, ਉਹਨੂੰ ਆਖਿਆ ਬਾਬਾ ਕਬੀਰ ਸਾਹਿਬ ਨੇ ਕਿਸੇ ਪਾਰਖੂ ਅੱਗੇ ਖੋਲ, ਤਾਂ ਕਿ ਉਹਦਾ ਕੋਈ ਗਾਹਕ ਹੋਵੇ, ਉਹਦੀ ਕੋਈ ਕੀਮਤ ਅਦਾ ਕਰਨ ਵਾਲਾ ਹੋਵੇ, ਉਹਨੂੰ ਕੋਈ ਜਾਣਨ ਵਾਲਾ ਹੋਵੇ। ਜਦੋਂ ਸੁਰਤ ਦੇ ਤਲ ਤੇ ਸ਼ਬਦ ਦੀ ਵਿਚਾਰ ਨਾਲ ਜੁੜੇਗਾ, ਜਪ ਤਪ ਸੰਜਮ ਜੀਵਨ 'ਚ ਜਪ ਆਏਗਾ, ਤਪ ਆਏਗਾ, ਉਦਮ ਆਏਗਾ, ਜਪ ਸਿਮਰਨ ਆਏਗਾ, ਸੰਜਮ ਆਏਗਾ। ਹਉਮੈ ਮਾਰ, ਕਿਉਂਕਿ ਜਦੋਂ ਤੱਕ ਹਉਮੈ ਹੈ ਨਾ ਬੰਦਾ ਜਪੀ ਹੈ, ਨਾ ਤਪੀ ਹੈ, ਨਾ ਸੰਜਮੀ ਹੈ। ਜਿੱਥੇ ਹਉਮੈ ਦਾ ਖਾਤਮਾ ਹੁੰਦਾ, ਮਹਾਰਾਜ ਕਹਿੰਦੇ ਉੱਥੋਂ ਜਪ ਤਪ ਸੰਜਮ ਸ਼ੁਰੂ ਹੁੰਦਾ ਹੈ। ਜੀਵਨ ਮੁਕਤ ਜਾਂ ਸ਼ਬਦ ਸੁਣਾਏ, ਸੱਚੀ ਰਹਿਤ ਸੱਚਾ ਸੁਖ ਪਾਏ। ਜਦੋਂ ਗੁਰੂ ਨੇ ਸ਼ਬਦ ਸੁਣਾਇਆ, ਜੀਵਨ ਮੁਕਤ ਹੋ ਗਿਆ। ਉਸ ਵੇਲੇ ਜੀਵਨ ਮੁਕਤ ਹੋ ਗਿਆ। ਤੁਸੀਂ ਜਨਮ ਸਾਖੀ ਪੜ੍ਹੋ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਸ ਨਗਰ ਵਿੱਚ, ਜਿਸ ਥਾਂ 'ਤੇ ਜਾ ਕੇ ਕਰਤਾਰ ਦੀ ਸਿਫਤ ਵਿੱਚ ਬਹਿੰਦੇ ਨੇ, ਉੱਥੇ ਮਹਾਰਾਜ ਦਾ ਸ਼ਬਦ ਸੁਣਨ ਵਾਲੇ ਕਿੰਨੇ ਨੇ ਜਿਹੜੇ ਇੱਕ ਖਿਣ ਵਿੱਚ ਤਰ ਜਾਂਦੇ ਨੇ। ਤਾਰੇ ਗਿਣੇ ਜਾਤ ਹੈ, ਨਾ ਤਾਰੇ ਗਿਣੇ ਜਾਤ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ, ਤੁਸੀਂ ਅਸਮਾਨ ਦੇ ਤਾਰੇ ਗਿਣ ਸਕਦੇ ਹੋ, ਪਰ ਜਿਹੜੇ ਗੁਰੂ ਨਾਨਕ ਦੀ ਬਾਣੀ ਨੂੰ ਸੁਣ ਕੇ ਤਰ ਗਏ, ਉਹਨਾਂ ਦੀ ਗਿਣਤੀ ਕਰਨੀ ਮੁਮਕਿਨ ਨਹੀਂ। ਕਿੰਨੇ ਐਸੇ ਜਿਹੜੇ ਤਰ ਗਏ। ਤੇ ਸ਼ਬਦ ਦੀ ਤਾਕਤ ਤੇ ਅੱਜ ਵੀ ਓਨੀ ਹੈ, ਪਰ ਸਾਡੇ ਸੁਣਨ ਵਿੱਚ ਘਾਟ ਹੈ। ਨਹੀਂ ਤੇ ਕੌਡੇ ਰਾਖਸ਼ ਵਰਗੇ ਇੰਨੇ ਵੱਡੇ ਵੱਡੇ ਚੋਰ ਜਿਹੜੇ ਇੱਕ ਵਾਰ ਗੁਰੂ ਕੀ ਬਾਣੀ ਕੇ ਸ਼ਬਦ ਨੂੰ ਸੁਣਦੇ, ਉਹਨਾਂ ਦਾ ਜੀਵਨ ਬਦਲ ਜਾਂਦਾ। ਅਸੀਂ ਕਿਉਂ ਨਹੀਂ ਬਦਲਦੇ? ਕਿਉਂਕਿ ਸਾਨੂੰ ਸੁਣਨਾ ਨਹੀਂ ਆਉਂਦਾ। ਅਸੀਂ ਆਪਣੀ ਹਉਮੈ ਨੂੰ ਅੱਗੇ ਰੱਖ ਕੇ ਤੁਰਦੇ ਹਾਂ। ਮਹਾਰਾਜ ਕਹਿੰਦੇ ਹਉਮੈ ਮੁੱਕਦੀ ਹੈ, ਜਪ ਤਪ ਸੰਜਮ ਸ਼ੁਰੂ ਹੁੰਦਾ। ਜੀਵਨ ਮੁਕਤ ਜਾਂ ਸ਼ਬਦ ਸੁਣਾਏ, ਸੱਚੀ ਰਹਿਤ ਸੱਚਾ ਸੁਖ ਪਾਏ। ਮਹਾਰਾਜ ਕਹਿੰਦੇ ਰਹਿਤ ਸੱਚੀ ਹੋ ਗਈ। ਹੁਣ ਸੱਚੀ ਰਹਿਤ ਨੂੰ ਅਡੰਬਰ ਕਰਨ ਦੀ ਕੋਈ ਲੋੜ ਨਹੀਂ। ਲੋਕ ਝੂਠ ਨੂੰ ਸ਼ਿੰਗਾਰਦੇ ਨੇ। ਸੱਚੀ ਰਹਿਤ ਤੇ ਜਿਵੇਂ ਦੀ ਹੈ ਉੱਦਾਂ ਦੀ ਸਾਰਿਆਂ ਦੇ ਸਾਹਮਣੇ ਹੈ। ਉਹਦੇ ਵਿੱਚ ਸੁੱਖ ਹੈ। ਸੁੱਖ ਦਾਤਾ, ਜਦੋਂ ਸੁੱਖ ਆਉਂਦਾ ਤੇ ਸੁੱਖਾਂ ਦਾ ਦਾਤਾ ਕੋਲ ਹੈ। ਦੁੱਖ ਮਿਟਣ ਹਾਰਾ, ਉੱਥੇ ਦੁੱਖ ਮੁੱਕ ਜਾਂਦੇ ਨੇ, ਉੱਥੇ ਦੁੱਖ ਮੁੱਕਦੇ ਨੇ। ਤੇ ਇਹ ਵੀ ਜਾਣਦਾ ਗੁਰਸਿੱਖ ਕਿ ਅਸਲ ਵਿੱਚ ਮਹਾਰਾਜ ਨੇ ਦੁੱਖ ਆਖਿਆ ਕਿਹਨੂੰ ਹੈ। ਅਸੀਂ ਤੇ ਬਾਹਰੀ ਤੌਰ ਤੇ ਜਿਹੜੀਆਂ ਉਲਝਣਾਂ ਨੇ ਉਹਨਾਂ ਨੂੰ ਦੁੱਖ ਆਖਦੇ ਹਾਂ। ਮਹਾਰਾਜ ਕਹਿੰਦੇ ਦੁੱਖ ਵਿਛੋੜਾ, ਸਭ ਤੋਂ ਵੱਡਾ ਦੁੱਖ ਕਿਹੜਾ? ਵਿਛੋੜੇ ਦਾ, ਬਿਰਹਾ ਦਾ। ਜਿਹੜੀ ਆਪਣੇ ਪਿਆਰੇ ਨਾਲੋਂ ਦੂਰੀ ਹੈ, ਉਹਦੇ ਤੋਂ ਬਾਅਦ ਬਾਕੀ ਸੰਸਾਰ ਦੇ ਦੁੱਖ ਨੇ।
ਇੱਕ ਦੁੱਖ ਭੂਖ, ਇੱਕ ਦੁੱਖ ਵਾਰ ਸਖਤ ਜਮ ਦੂਤ। ਮਹਾਰਾਜ ਕਹਿੰਦੇ ਬਾਕੀ ਬਾਅਦ ਦੇ ਦੁੱਖ ਨੇ, ਭੁੱਖ ਦਾ ਦੁੱਖ, ਵਿਕਾਰਾਂ ਵਿੱਚ ਫਸਿਆਂ ਦਾ ਦੁੱਖ, ਹੋਰ ਕੋਈ ਆਦ ਵਿਆਹ ਦਾ ਦੁੱਖ, ਉਹ ਬਾਅਦ ਦੇ ਨੇ, ਉਹ ਤਾਂ ਮਹਿਸੂਸ ਹੁੰਦੇ ਨੇ ਕਿਉਂਕਿ ਸਭ ਤੋਂ ਵੱਡਾ ਦੁੱਖ ਹੈ ਉਹ ਤੇ ਕਦੇ ਮੁੱਕਿਆ ਹੀ ਨਹੀਂ, ਤੇ ਉਹ ਹੈ ਵਿਛੋੜੇ ਦਾ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਕਿਸੇ ਦੇ ਮਨ ਵਿੱਚ ਇਹ ਕਦੇ ਖਿਆਲ ਆਏ ਕਿ ਤੇਰੇ ਨਾਲ ਵਿਛੜੇ ਆ, ਤੇ ਵਿਛੋੜਾ ਚੇਤਾ ਕਰਵਾਵੇ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਇਹਦੇ ਵਰਗਾ ਸੁਲਤਾਨ ਕੋਈ ਨਹੀਂ। ਫਿਰ ਆਖਿਆ ਜਿਸ ਤਨ ਵਿੱਚ ਇਹ ਬਿਰਹਾ ਪੈਦਾ ਨਹੀਂ ਹੁੰਦਾ, ਉਹ ਜਾਣ ਮਸਾਣ ਵਰਗੇ ਨੇ, ਉਹਨਾਂ ਚੁੱਪ ਧਾਰਨ ਕੀਤੀ ਹੋਈ ਹੈ, ਉਹ ਜਿਵੇਂ ਤੁਰ ਰਹੇ ਨੇ ਉੱਦਾਂ ਹੀ ਤੁਰਦੇ ਨੇ, ਉਹ ਮਹਿਸੂਸ ਨਹੀਂ ਕਰਦੇ ਅਸੀਂ ਵਿਛੜੇ ਹੋਏ ਹਾਂ। ਮਹਾਰਾਜ ਨੇ ਕਿਰਪਾ ਕੀਤੀ, ਜਦੋਂ ਸੁੱਖ ਦਾਤਾ ਮਨ ਵਿੱਚ ਵਸਦਾ ਉੱਥੇ ਦੁੱਖ ਮਿਟਦੇ ਨੇ। ਤੇ ਅਸੀਂ ਰੋਜ਼ ਇਹ ਵਚਨ ਪੜ੍ਹਿਆ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਆਪਣੇ ਦੁੱਖ ਛੱਡ ਦੇਈ, ਤੈਨੂੰ ਮਹਾਰਾਜ ਸੁੱਖ ਦੇਣਗੇ। ਤੇਰੇ ਜੀਵਨ 'ਚ ਸੁੱਖ ਆਏਗਾ ਜਦੋਂ ਗੁਰੂ ਨਾਲ ਸਾਂਝ ਬਣੇਗੀ। ਸੁਖ ਦਾਤਾ ਦੁੱਖ ਮਿਟਣ ਹਾਰਾ, ਅਵਰ ਨ ਸੂਝਸ ਬੀਜੀ ਕਾਰਾ। ਹੁਣ ਕਹਿੰਦੇ ਫਿਰ ਦੂਜੀ ਕੋਈ ਹੋਰ ਕਾਰ ਸੁਝਦੀ ਨਹੀਂ। ਕਿਹਨੂੰ ਸੁਝਦੀ ਹੈ? ਜਿਹਦਾ ਗੁਰੂ ਤੇ ਭਰੋਸਾ ਨਹੀਂ। ਉਹ ਕਹਿੰਦਾ ਚਲੋ ਕਿਸੇ ਕੋਲੋਂ ਕੋਈ ਉਪਾਅ ਕਰਾ ਲਈਏ, ਉੱਥੋਂ ਹੱਲ ਹੋ ਜਾਏ। ਉਹ ਕਹਿੰਦਾ ਚਲੋ ਕੋਈ ਧਾਗਾ ਬੰਨ੍ਹ ਕੇ ਵੇਖ ਲਈਏ 4 ਦਿਨ, ਕੋਈ ਨਗ ਪਾ ਕੇ ਵੇਖ ਲਈਏ। ਤੇ ਇੱਥੋਂ ਤੱਕ ਜਿਹੜੇ ਗੁਰੂ ਨੇ ਸਾਨੂੰ ਇਸ ਭਰਮ ਚੋਂ ਕੱਢਿਆ, ਉਹਦੇ ਅੱਗੇ ਲਿਆ ਕੇ ਉਸ ਦਿਨ ਦਾਲ ਰੱਖ ਦਿੰਦਾ, ਦਿਨ ਚੁਣ ਕੇ ਵੀ ਲੈ ਮੈਂ ਤੇਰੇ ਅੱਗੇ। ਕਿਉਂਕਿ ਦੱਸਣ ਵਾਲੇ ਨੂੰ ਵੀ ਪਤਾ ਕਿ ਜਿਸ ਨੇ ਇਹਨੂੰ ਜਗਾਉਣਾ, ਜਿਸ ਨੇ ਇਹਦੀ ਸੁਰਤ ਵਿੱਚੋਂ ਡਰ ਕੱਢਣਾ, ਭਰਮ ਕੱਢਣਾ, ਉਹਨੇ ਵੀ ਆਖਿਆ ਤੂੰ ਆਪਣੇ ਗੁਰਦੁਆਰੇ ਜਾ ਕੇ ਇਹ ਉਪਾਅ ਕਰੀ, ਤੇਰਾ ਹੱਲ ਹੋ ਜਾਊਗਾ। ਤੇ ਬੰਦਾ ਸੋਚਦਾ ਉਹਨੇ ਕਿਹੜਾ ਕੋਈ ਮਾੜੀ ਗੱਲ ਆਖੀ ਹੈ। ਉਹਨੇ ਤਾਂ ਇਹੋ ਆਖਿਆ ਵੀ ਆਪਣੇ ਗੁਰਦੁਆਰੇ ਜਾਈ, ਉੱਥੇ ਜਾ ਕੇ ਉਪਾਅ ਕਰ ਲਈ। ਉਹਨੇ ਕਿਹੜਾ ਮੈਨੂੰ ਤੋੜਿਆ। ਪਰ ਸੁਰਤ ਕਰਕੇ ਹੌਲੇ ਆ, ਤਾਂ ਕਰਕੇ ਅਸੀਂ ਇਹ ਸਮਝਦੇ ਨਹੀਂ ਕਿ ਉਹਨੇ ਤੇਰੇ ਅੰਦਰ ਬੇਪ੍ਰਤੀਤੀ ਪੈਦਾ ਕੀਤੀ ਹੈ। ਆ ਮੈਂ ਤੈਨੂੰ ਉਪਾਅ ਕਰਕੇ ਦੇਵਾਂ। ਜੇ ਉਹਦੇ ਕੋਲ ਉਪਾਅ ਹੋਵੇ, ਉਹਦੇ ਕੋਲ ਹੱਲ ਹੋਵੇ, ਤੇ ਉਹ ਆਪ ਇੱਦਾਂ ਹੀ ਤੁਰਿਆ ਫਿਰੇ। ਜਿਹੜੇ ਤੇਰੇ ਭਰੋਸੇ ਤੇ ਨੇ, ਮਹਾਰਾਜ ਕਹਿੰਦੇ ਉਹ ਕਿਸੇ ਹੋਰ ਦੂਜੀ ਕਾਰ ਬਾਰੇ ਸੋਚਦੇ ਨਹੀਂ। ਉਹ ਤੇ ਇੱਕੋ ਗੱਲ ਕਹਿੰਦੇ, ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਝੇ ਆਗੇ ਅਰਦਾਸ, ਮੈਂ ਤੁਝੇ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀ, ਮੈਂ ਹੋਰ ਥਾਉ ਨਾਹੀ। ਉਹ ਤੇ ਇਹੋ ਕਹਿੰਦੇ ਮੇਰਾ ਕੋਈ ਹੋਰ ਤੇਰੇ ਬਿਨਾ ਥਾਂ ਨਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੇਰੇ ਕੋਲ ਹੈ ਸਾਰਾ ਕੁਝ। ਤੇਰੇ ਤੋਂ ਬਿਨਾ ਮੇਰੇ ਕੋਲ ਕੋਈ ਹੋਰ ਥਾਂ ਹੀ ਨਹੀਂ ਹੈ। ਆਖਿਆ ਹੋਰ ਕੋਈ ਕਾਰ ਸੁਝਦੀ ਨਹੀਂ। ਤਨ ਮਨ ਧਨ
ਹਰ ਆਗੇ ਰਾਖਿਆ। ਸਾਹਿਬ ਕਹਿੰਦੇ ਆਪਣਾ ਸਾਰਾ ਕੁਝ ਸਮਰਪਿਤ ਕੀਤਾ, ਸਾਰਾ ਕੁਝ ਹੀ, ਤਨ ਕਰਕੇ ਵੀ ਤੁਰਿਆ ਤੇ ਮਨ ਕਰਕੇ ਵੀ ਤੁਰਿਆ। ਤੇ ਜੋ ਕੁਝ ਕੋਲ ਪੂੰਜੀ ਹੈ ਉਹਦੇ ਬਾਰੇ ਵੀ ਸਪਸ਼ਟ ਹੈ ਕਿ ਮੇਰੇ ਕੋਲ ਮੇਰਾ ਕੁਝ ਨਹੀਂ ਹੈ, ਇਹ ਸਾਰਾ ਕੁਝ ਤੇਰਾ ਦਿੱਤਾ ਹੋਇਆ ਹੈ। ਮੇਰੇ ਅੰਦਰ ਇਹ ਪਾਇਆ ਨਹੀਂ ਕਿ ਮੈਂ ਆਖਾਂ ਕਿ ਵੇਖੋ ਇਹ ਮੈਂ ਇਕੱਠਾ ਕੀਤਾ। ਤੇ ਜੇ ਇਸ ਭਰਮ ਵਿੱਚ ਵੀ ਕੋਈ ਹੋਵੇ ਤੇ ਮਹਾਰਾਜ ਕਹਿੰਦੇ ਇਹ ਚੇਤਾ ਰੱਖੀ ਤੈਨੂੰ ਮਿਲਿਆ ਕੀ। ਇੱਕ ਥਾਂ ਤੋਂ ਪਹਾੜੇ ਵਾਲੇ ਨੇ, ਕਿਰਾਏ ਵਾਲੇ ਨੇ ਸਮਾਨ ਚੁੱਕਿਆ, ਬੜਾ ਕੀਮਤੀ ਸਮਾਨ ਉਹਨੇ ਰੱਖਿਆ। ਉਹ ਉਸ ਥਾਂ ਤੋਂ ਲੈ ਕੇ ਜਿੱਥੇ ਉਹਨੂੰ ਆਖਿਆ ਉੱਥੇ ਉਹਨੇ ਲਾ ਦਿੱਤਾ। ਉਹਨੂੰ ਉਹਦਾ ਕੀ ਭਾਅ ਮਿਲਿਆ ਜੋ ਉਹਨੇ ਉਹਦੇ ਵਿੱਚ ਕਿਰਾਇਆ ਕੀਤਾ ਸੀ ਕਿ ਮੈਨੂੰ ਇੰਨਾ ਤੁਸੀਂ ਦੇ ਦਿਓ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਅਸੀਂ ਵੀ ਇੱਕ ਥਾਂ ਤੋਂ ਚੁੱਕਦੇ ਹਾਂ ਦੂਜੇ ਥਾਂ 'ਤੇ ਇਕੱਠਿਆਂ ਕਰਦੇ ਹਾਂ, ਮਿਲਦਾ ਕੀ ਹੈ? ਕਿਰਾਇਆ। ਜੋ ਭੋਜਨ ਛਕਿਆ, ਜੋ ਖਾਣਿਆ ਪਹਿਨਿਆ, ਹੋ ਸਕਦਾ ਕੋਈ ਚੰਗਾ ਪਹਿਨ ਲਏਗਾ, ਕੋਈ ਘੱਟ ਚੰਗਾ ਪਹਿਨੇਗਾ, ਪਰ ਪਹਾੜੀ ਕੋ ਉਹ ਪਹਾੜਾ ਮਿਲਿਆ, ਇਹਦੇ ਤੋਂ ਵੱਡੀ ਤੇ ਹੋਰ ਕੋਈ ਖੇਡ ਨਹੀਂ ਨਾ। ਤੇ ਜੇ ਉਹਨੇ ਦਿੱਤਾ ਤੇ ਉਹਦੇ ਸ਼ੁਕਰਾਨੇ ਵਿੱਚ ਉਹ ਜਿਉਂਦਾ। ਉਹ ਤਨ ਕਰਕੇ ਵੀ ਆਖਦਾ, ਮਨ ਕਰਕੇ ਵੀ, ਧਨ ਕਰਕੇ ਵੀ। ਤਨ ਮਨ ਧਨ ਹਰ ਆਗੇ ਰਾਖਿਆ। ਨਾਨਕ ਕਹੈ ਮਹਾ ਰਸ ਚਾਖਿਆ। ਜਦੋਂ ਸਾਰਾ ਕੁਝ ਉਹਨੂੰ ਸੌਂਪਿਆ ਨਾ ਤੇ ਫਿਰ ਜਿਹੜਾ ਆਨੰਦ ਆਇਆ ਉਹ ਬਹੁਤ ਵੱਡਾ ਸੀ। ਮਹਾ ਰਸ, ਉਹ ਆਤਮਿਕ ਆਨੰਦ ਬਹੁਤ ਉੱਚਾ ਸੀ। ਜਦੋਂ ਬੰਦਾ ਇਸ ਮੋਹ ਦੀਆਂ ਤੰਦਾਂ 'ਚੋਂ ਨਿਕਲਦਾ, ਉਹ ਆਖਦਾ ਕਿ ਮੇਰਾ ਮੇਰੇ ਵਿੱਚ ਕੁਝ ਨਹੀਂ, ਜੋ ਕੁਝ ਤੇਰਾ ਹੈ। ਜਦੋਂ ਮੈਂ ਤੇਰਾ ਤੈਨੂੰ ਸੌਂਪ ਦੇਵਾਂ ਫਿਰ ਉਹਦੇ ਪਿੱਛੇ ਕੁਝ ਵੀ ਮੇਰਾ ਲੱਗਦਾ ਨਹੀਂ। ਸੁਰਤ ਦੀ ਤੇ ਸ਼ਬਦ ਦੀ ਆਪਸੀ ਸਾਂਝ ਹੈ। ਜਿਸ ਦਿਨ ਸੁਰਤ ਕਰਕੇ ਗੁਰੂ ਕੇ ਸ਼ਬਦ ਨਾਲ ਜੁੜ ਗਏ, ਉਸ ਦਿਨ ਮਹਾਰਸ ਦੇ ਭਾਗੀਦਾਰ ਬਣਾਂਗੇ। ਗੁਰੂ ਕਿਰਪਾ ਕਰੇ, ਸਭਨਾਂ ਦੀ ਹਾਜ਼ਰੀ ਸੇਵਾ ਦਰ ਪ੍ਰਵਾਨ ਕਰੇ। ਸਤਿਗੁਰ ਦੀ ਅੰਮ੍ਰਿਤ ਬਾਣੀ ਸਾਡੇ ਜੀਵਨ ਦਾ ਆਧਾਰ ਆਸਰਾ ਬਣੇ। ਕੋਟਾਨ ਕੋਟ ਸ਼ੁਕਰਾਨਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ, ਗੁਰੂ ਕੇ ਵਜ਼ੀਰ ਸੇਵਾਦਾਰਾਂ ਦਾ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ